जिस तरह के ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ 3 ਜੂਨ ਤੋਂ ਸਾਰੇ ਪੰਜਾਬ ਦੇ ਵਿੱਚ ਬੜਾ ਸਖਤ ਕਰਫਿਊ ਲਾਗੂ ਸੀ ਔਰ 4 ਜੂਨ ਨੂੰ ਸਵੇਰ ਦੇ 4:30 ਵਜੇ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਦੇ ਉੱਪਰ ਇੱਕ ਵੱਡਾ ਧਮਾਕਾ ਹੋਇਆ। ਇਸ ਧਮਾਕੇ ਦਾ ਕਾਰਨ ਕੀ ਸੀ? ਇਸ ਦੇ ਵਾਸਤੇ ਸਾਨੂੰ 3 ਜੂਨ ਦੇ ਦਿਨ ਦੀ ਦੁਬਾਰਾ ਪੜਚੋਲ ਕਰਨ ਦੀ ਜ਼ਰੂਰਤ ਹੈ। ਪੰਜਾਬ ਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਜਾ ਚੁੱਕੀਆਂ ਸੀ ਔਰ 3 ਜੂਨ ਨੂੰ ਹਰਮੰਦਰ ਸਾਹਿਬ ਕੰਪਲੈਕਸ ਦੇ ਨੇੜੇ ਹੀ ਇੱਕ ਬਹੁਤ ਉੱਚੀ ਇਮਾਰਤ ਦੇ ਉੱਪਰ ਫੌਜ ਦੇ ਵੱਲੋਂ ਆਪਣਾ ਇੱਕ ਹੈੱਡਕੁਆਟਰ ਸਥਾਪਿਤ ਕੀਤਾ ਜਾ ਚੁੱਕਾ ਸੀ ਔਰ ਇਸ ਸਾਰੀ ਮੁਹਿੰਮ ਦਾ ਮੁਖੀ ਕੁਲਦੀਪ ਬਰਾੜ ਉਸ ਹੈੱਡਕੁਆਟਰ ਤੋਂ ਸਾਰੇ ਹਮਲੇ ਦੀ ਕਾਰਵਾਈ ਦਾ ਨਿਯੰਤਰਣ ਕਰ ਰਿਹਾ ਸੀ। 3 ਜੂਨ ਨੂੰ ਹੀ ਖੁਫੀਆ ਵਿਭਾਗ ਦੇ ਵੱਲੋਂ ਔਰ ਫੌਜ ਦੇ ਆਪਣੇ ਖੁਫੀਆ ਵਿੰਗ ਦੇ ਵੱਲੋਂ ਇਹ ਜਾਣਕਾਰੀ ਪਹੁੰਚ ਚੁੱਕੀ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਕਾਲ ਤਖਤ ਸਾਹਿਬ ਦੇ ਨੇੜੇ ਦੀ ਇਮਾਰਤ ਦੇ ਵਿੱਚ ਹਨ, ਜਿਸ ਦੇ ਬਾਰੇ ਪਹਿਲਾਂ ਵੀ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਕੈਪਟਨ ਜਸਬੀਰ ਰੈਣਾ ਇੱਕ ਸ਼ਰਧਾਲੂ ਦੇ ਰੂਪ ਦੇ ਵਿੱਚ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਗਿਆ ਔਰ ਸਾਰੀ ਜਾਣਕਾਰੀ ਲਿਆ ਕੇ ਉਸ ਨੇ ਆਪਣੇ ਫੌਜੀ ਹੈੱਡਕੁਆਟਰ ਦੇ ਵਿੱਚ ਦਿੱਤੀ। ਉਸ ਵੇਲੇ ਭਾਰਤੀ ਫੌਜ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜੇਕਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸਥਿਤੀ ਦੀ ਸ਼ਨਾਖਤ ਕਰਕੇ ਜਿਸ ਜਗ੍ਹਾ ਦੇ ਉੱਪਰ ਉਹਨਾਂ ਦਾ ਨਿਵਾਸ ਹੈ, ਜੇਕਰ ਉਸ ਜਗ੍ਹਾ ਦੇ ਉੱਪਰ ਗੋਲਾ ਦਾਗਿਆ ਜਾਵੇ ਤਾਂ ਜਰਨੈਲ ਦੀ ਇਸ ਅਚਨਚੇਤੀ ਮੌਤ ਦੇ ਨਾਲ ਜਾਂ ਫਿਰ ਉਹਨਾਂ ਦੇ ਨਜ਼ਦੀਕੀ ਸਾਥੀਆਂ ਦੇ ਖਾਤਮੇ ਦੇ ਨਾਲ ਬਾਕੀ ਜਿਹੜੇ ਲੜਨ ਵਾਲੇ ਖਾੜਕੂ ਨੇ ਉਹਨਾਂ ਦਾ ਮਨੋਬਲ ਡਿੱਗ ਜਾਵੇਗਾ। ਸੋ ਜਿਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕਰਨ ਤੋਂ ਬਾਅਦ ਸਾਰੇ ਸਿੰਘ ਜਿਹੜੇ ਸੰਤ ਜਰਨੈਲ ਸਿੰਘ ਦੇ ਨਜ਼ਦੀਕੀ ਸਨ, ਕੁਝ ਸਰੋਤਾਂ ਦੇ ਮੁਤਾਬਕ ਜਨਰਲ ਸ਼ਬੇਕ ਸਿੰਘ ਹੋਰੀ ਵੀ ਪਾਲਕੀ ਨੂੰ ਮੋਢਾ ਦੇ ਕੇ ਪ੍ਰਕਾਸ਼ ਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਲੈ ਕੇ ਗਏ ਔਰ ਉਸ ਤੋਂ ਬਾਅਦ ਜਿਸ ਵੇਲੇ ਉਹ ਅੰਮ੍ਰਿਤ ਵੇਲੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਹੋਰਾਂ ਦੇ ਕੋਲ ਬੈਠੇ ਸਨ ਅਤੇ ਵਿਚਾਰਾਂ ਚੱਲ ਰਹੀਆਂ ਸਨ, ਉਸੇ ਵੇਲੇ ਹੀ ਇਹ ਜਿਹੜਾ ਧਮਾਕਾ ਸੀ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਦੇ ਉੱਪਰ ਹੋਇਆ। ਭਾਵ ਕਿ ਸਵੇਰੇ 4:30 ਵਜੇ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਦੇ ਉੱਪਰ ਇਹ ਜਿਹੜਾ ਸੀ ਬੰਬ ਆ ਕੇ ਡਿੱਗਿਆ। ਇਸ ਘਟਨਾ ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਉਹਨਾਂ ਦੇ ਸਾਥੀ, ਜਿਨ੍ਹਾਂ ਦੇ ਵਿੱਚ ਭਾਈ ਅਮਰੀਕ ਸਿੰਘ ਔਰ ਜਨਰਲ ਸ਼ਬੇਕ ਸਿੰਘ ਹੋਰੀ ਵੀ ਸਨ, ਇਹ ਸਾਰੇ ਉੱਪਰਲੀ ਮੰਜ਼ਿਲ ਤੋਂ ਅਕਾਲ ਤਖਤ ਸਾਹਿਬ ਦੀ ਹੇਠਲੀ ਮੰਜ਼ਿਲ ਦੇ ਵਿੱਚ ਆ ਗਏ ਤੇ ਉੱਥੇ ਆ ਕੇ ਅਗਲੀ ਯੁੱਧ ਨੀਤੀ ਦੀਆਂ ਵਿਚਾਰਾਂ ਸ਼ੁਰੂ ਕੀਤੀਆਂ। ਜ਼ਿਕਰਯੋਗ ਹੈ ਕਿ 4 ਜੂਨ ਦਾ ਦਿਨ ਚੜ੍ਹਦਾ ਜਾ ਰਿਹਾ ਸੀ। ਦਿਨ ਦੇ ਚੜ੍ਹਾਅ ਦੇ ਨਾਲ ਹੀ ਆਸੇ-ਪਾਸੇ ਤੋਂ ਜਿਹੜੀਆਂ ਫੌਜ ਦੇ ਵੱਲੋਂ ਚੌਕੀਆਂ ਤੈਨਾਤ ਕੀਤੀਆਂ ਗਈਆਂ ਸੀ ਔਰ ਜਿਹੜੇ CRP ਔਰ BSF ਦੇ ਵੱਲੋਂ ਪਹਿਲਾਂ ਮੋਰਚੇ ਬਣਾਏ ਹੋਏ ਸੀ, ਜਿਨ੍ਹਾਂ ਦੇ ਵਿੱਚ ਹੁਣ ਫੌਜ ਤੈਨਾਤ ਹੋ ਚੁੱਕੀ ਸੀ, ਉਹਨਾਂ ਦੇ ਵੱਲੋਂ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਭਾਵੇਂ ਕਿ ਦਰਬਾਰ ਸਾਹਿਬ ਪਰਿਸਰ ਦੇ ਵਿੱਚ ਜਿੰਨੇ ਵੀ ਮੋਰਚੇ ਜਨਰਲ ਸ਼ਬੇਕ ਸਿੰਘ ਦੀ ਅਗਵਾਈ ਦੇ ਵਿੱਚ ਕਾਇਮ ਕੀਤੇ ਗਏ ਸਨ, ਉਹਨਾਂ ਮੋਰਚਿਆਂ ਦੇ ਵਿੱਚੋਂ ਇਸ ਗੋਲਾਬਾਰੀ ਦਾ ਬਹੁਤਾ ਜਵਾਬ ਨਹੀਂ ਦਿੱਤਾ ਗਿਆ ਕਿ ਮੋਰਚਾਬੰਦੀ ਦੀ ਸਥਿਤੀ ਅਤੇ ਹਥਿਆਰਾਂ ਦੀ ਕਿਸਮ ਦੀ ਸ਼ਨਾਖਤ ਨਾ ਹੋਵੇ। ਪਰ ਜਿਹੜੇ ਮੋਰਚੇ ਬਾਬਾ ਅਟਲ, ਗੁਰੂ ਨਾਨਕ ਨਿਵਾਸ, ਤੇਜਾ ਸਿੰਘ ਸਮੁੰਦਰੀ ਹਾਲ ਔਰ ਗੁਰੂ ਰਾਮਦਾਸ ਸਰਾਂ ਦੇ ਉੱਪਰ ਸਨ, ਜਿਨ੍ਹਾਂ ਦੇ ਉੱਪਰ ਬੱਬਰ ਖਾਲਸਾ ਔਰ ਅਕਾਲ ਫੈਡਰੇਸ਼ਨ ਦੇ ਸਿੰਘ ਤਾਇਨਾਤ ਸਨ, ਉਹਨਾਂ ਨੇ ਫੌਜ ਦੇ ਵੱਲੋਂ ਕੀਤੀ ਜਾਂਦੀ ਗੋਲਾਬਾਰੀ ਦਾ ਜਵਾਬ ਜਿਹੜਾ ਸੀ ਉਹ ਜਾਰੀ ਰੱਖਿਆ। ਸੋ 4 ਜੂਨ ਦਾ ਦਿਨ ਚੜ੍ਹਦਿਆਂ ਜਿੱਥੇ ਅਕਾਲ ਤਖਤ ਸਾਹਿਬ ਦੇ ਉੱਪਰ ਇੱਕ ਵੱਡਾ ਬੰਬ ਸੁੱਟਿਆ ਗਿਆ,
ਉਸ ਦੇ ਨਾਲ ਹੀ ਆਸੇ-ਪਾਸੇ ਤੋਂ ਫਾਇਰਿੰਗ ਵੀ ਹੁੰਦੀ ਰਹੀ। ਪਿੰਡਾਂ ਦੇ ਵਿੱਚ ਇਹ ਖਬਰਾਂ ਪਹੁੰਚ ਗਈਆਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਭਾਰਤੀ ਫੌਜ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ। ਸੋ ਫੌਜੀ ਸੂਤਰਾਂ ਦੇ ਮੁਤਾਬਕ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਜੇਕਰ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਜਥਿਆਂ ਦੇ ਰੂਪ ਦੇ ਵਿੱਚ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਲਏ ਤਾਂ ਫਿਰ ਇਸ ਕਾਰਵਾਈ ਦੇ ਉੱਪਰ ਕਾਬੂ ਪਾਉਣਾ ਬਹੁਤ ਔਖਾ ਹੋ ਜਾਵੇਗਾ। ਸੋ ਇਸ ਕਰਕੇ ਜਿੱਥੇ ਪੰਜਾਬ ਦੀਆਂ ਸਾਰੀਆਂ ਹੱਦਾਂ ਸੀਲ ਕੀਤੀਆਂ ਗਈਆਂ ਸਨ, ਉੱਥੇ ਨਾਲ ਹੀ ਫੌਜੀ ਹੈਲੀਕਾਪਟਰ ਸਾਰੇ ਪੰਜਾਬ ਦੇ ਉੱਪਰ ਚੱਕਰ ਲਾ ਰਹੇ ਸਨ ਔਰ ਨਿਸ਼ਾਨਦੇਹੀ ਕਰ ਰਹੇ ਸਨ ਕਿ ਪਿੰਡਾਂ ਦੇ ਵਿੱਚੋਂ ਜਿਹੜੇ ਜਥੇ ਨੇ ਉਹ ਕਿਤੇ ਹਰਿਮੰਦਰ ਸਾਹਿਬ ਵੱਲ ਨੂੰ ਨਾ ਪਹੁੰਚ ਜਾਣ, ਤੇ ਜਿੱਥੇ ਲੱਗਦਾ ਸੀ ਕਿ ਲੋਕਾਂ ਦੀ ਭੀੜ ਅੰਮ੍ਰਿਤਸਰ ਨੂੰ ਪਹੁੰਚਣ ਵਾਸਤੇ ਤੁਰ ਰਹੀ ਹੈ ਜਾਂ ਮਾਰਚ ਕਰ ਰਹੀ ਹੈ, ਉਸ ਜਗ੍ਹਾ ਦੇ ਉੱਪਰ ਫੌਜ ਦੇ ਵੱਲੋਂ ਗੱਡੀਆਂ ਲਾ ਕੇ ਰੋਕ ਦਿੱਤਾ ਜਾਂਦਾ ਸੀ। ਅੰਮ੍ਰਿਤਸਰ ਸ਼ਹਿਰ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਸੀਲ ਕੀਤਾ ਹੋਇਆ ਸੀ। ਹਰਬੀਰ ਸਿੰਘ ਪੰਵਰ ਆਪਣੀ ਕਿਤਾਬ ਡਾਇਰੀ ਦੇ ਪੰਨੇ ਦੇ ਵਿੱਚ ਇੱਥੋਂ ਤੱਕ ਵੀ ਜ਼ਿਕਰ ਕਰਦੇ ਨੇ ਕਿ ਇੰਨੇ ਸਖਤ ਪ੍ਰਬੰਧ ਕਰ ਦਿੱਤੇ ਗਏ ਸਨ ਕਿ ਮੈਨੂੰ ਕੁਝ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਸ਼ਹਿਰ ਦੇ ਵਿੱਚ ਜੇ ਕੁਛ ਦੁੱਧ ਦੇਣ ਵਾਸਤੇ ਆਏ ਤੇ ਫੌਜ ਦੇ ਵੱਲੋਂ ਉਹ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ। ਇਸ ਦਾ ਜ਼ਿਕਰ ਹਰਬੀਰ ਸਿੰਘ ਪੰਵਰ ਨੇ ਆਪਣੀ ਕਿਤਾਬ ਦੇ ਵਿੱਚ ਕੀਤਾ ਹੈ। ਸੋ ਦਰਬਾਰ ਸਾਹਿਬ ਦੇ ਬਾਹਰ ਇੱਕ ਉੱਚੀ ਇਮਾਰਤ ਦੇ ਵਿੱਚੋਂ ਫੌਜੀ ਜਰਨੈਲ ਕੁਲਦੀਪ ਬਰਾੜ ਇਸ ਸਾਰੀ ਕਾਰਵਾਈ ਦੀ ਅਗਵਾਈ ਕਰ ਰਿਹਾ ਸੀ। ਦੂਜੇ ਪਾਸੇ ਜਦੋਂ ਸਵੇਰੇ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਹੋਇਆ ਤਾਂ ਜਨਰਲ ਸ਼ਬੇਕ ਸਿੰਘ ਹੁਣਾਂ ਨੇ ਨਵੀਂ ਮੋਰਚਾਬੰਦੀ ਨਵੀਂ ਤਰਤੀਬ ਅਨੁਸਾਰ ਕੀਤੀ ਔਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਫੌਜ ਦੇ ਵੱਲੋਂ ਕਿਸ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੋ ਮੌਕੇ ਦੇ ਉੱਪਰ ਕੁਝ ਨਵੇਂ ਮੋਰਚੇ ਵੀ ਤਿਆਰ ਕੀਤੇ ਗਏ। ਸਾਰੇ ਸਿੰਘਾਂ ਨੂੰ ਮੋਰਚਿਆਂ ਦੇ ਵਿੱਚ ਤੈਨਾਤ ਕੀਤਾ ਗਿਆ ਔਰ ਭਾਈ ਸੁਜਾਨ ਸਿੰਘ ਮਨਾਵਾ ਹੁਣਾਂ ਦੀ ਇਹ ਵਿਸ਼ੇਸ਼ ਡਿਊਟੀ ਲਗਾਈ ਗਈ ਕਿ ਮੋਰਚੇ ਔਰ ਮੋਰਚਿਆਂ ਦੀ ਸਥਿਤੀ ਦੇ ਮੁਤਾਬਕ ਵੱਖ-ਵੱਖ ਮੋਰਚਿਆਂ ਦੇ ਵਿੱਚ ਸਿੰਘਾਂ ਨੂੰ ਜਿਹੜੇ ਨੇ ਉਹ ਹਥਿਆਰ ਦਿੱਤੇ ਜਾਣ। ਪਰ ਨਾਲ ਹੀ ਇਹ ਵੀ ਗੱਲ ਕਹੀ ਗਈ ਕਿ ਜਿੰਨਾ ਚਿਰ ਤੱਕ ਭਾਰਤੀ ਫੌਜ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਪੈਰ ਨਹੀਂ ਧਰਦੀ, ਉਹਨਾਂ ਚਿਰ ਤੱਕ ਕਿਸੇ ਗੋਲਾਬਾਰੀ ਦਾ ਜਵਾਬ ਨਾ ਦਿੱਤਾ ਜਾਵੇ। ਫੌਜ ਦੇ ਮੁਕਾਬਲੇ ਹਥਿਆਰ ਬਹੁਤ ਥੋੜੇ ਔਰ ਬਹੁਤ ਛੋਟੇ ਹਨ, ਇਸ ਕਰਕੇ ਇੱਕ ਗੋਲੀ ਜਿਹੜੀ ਹੈ ਉਹ ਅਜਾਈ ਨਾ ਜਾਵੇ, ਉਸ ਦੀ ਕੀਮਤ ਨੂੰ ਸਮਝਿਆ ਜਾਵੇ। ਸੋ ਇਹ ਸਾਰੀਆਂ ਹਦਾਇਤਾਂ ਜਿਹੜੀਆਂ ਸੀ ਅੰਦਰ ਲੜਨ ਵਾਲੇ ਸਿੰਘਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ। ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਖਬਰਾਂ ਆਮ ਫੈਲ ਚੁੱਕੀਆਂ ਸਨ। ਹਰਿਮੰਦਰ ਸਾਹਿਬ ਪਰਿਸਰ ਦੇ ਉੱਪਰ ਵੀ ਜਾਇਜ਼ਾ ਲੈਣ ਦੇ ਵਾਸਤੇ, ਖਾਸ ਕਰਕੇ ਮੋਰਚਾਬੰਦੀ ਦੀ ਸ਼ਨਾਖਤ ਕਰਨ ਦੇ ਵਾਸਤੇ ਫੌਜ ਦੇ ਜਿਹੜੇ ਹੈਲੀਕਾਪਟਰ ਸਨ ਉਹ ਵੀ ਚੱਕਰ ਲਗਾ ਰਹੇ ਸਨ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਜਨਰਲ ਸ਼ਬੇਕ ਸਿੰਘ ਹੁਣਾਂ ਨੇ ਫੌਜ ਦੀ ਇਸ ਕਾਰਵਾਈ ਤੋਂ ਇਹ ਅੰਦਾਜ਼ਾ ਲਗਾ ਰਿਹਾ ਸੀ ਕਿ ਫੌਜ ਕਿਸ ਤਰ੍ਹਾਂ ਦੀ ਕਾਰਵਾਈ ਕਰੇਗੀ, ਫੌਜੀ ਕਾਰਵਾਈ ਦੀ ਰੂਪਰੇਖਾ ਕੀ ਹੋਵੇਗੀ, ਤੇ ਫੌਜ ਨੇ ਜੇਕਰ ਆਪਣੇ ਹਮਲੇ ਦਾ ਮੁੱਖ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਿਆ ਹੈ ਤਾਂ ਅਕਾਲ ਤਖਤ ਸਾਹਿਬ ਤੱਕ ਪਹੁੰਚਣ ਵਾਸਤੇ ਸਾਨੂੰ ਕਿਸ ਤਰ੍ਹਾਂ ਦੀ ਮੋਰਚਾਬੰਦੀ ਕਰਨੀ ਪਵੇਗੀ ਕਿ ਜਿਹੜੀ ਫੌਜ ਹੈ ਉਹ ਬਹੁਤ ਸੌਖੇ ਤਰੀਕੇ ਦੇ ਨਾਲ ਜਾਂ ਸਹਿਜੇ ਹੀ ਅਕਾਲ ਤਖਤ ਸਾਹਿਬ ਤੱਕ ਨਾ ਪਹੁੰਚ ਸਕੇ, ਔਰ ਕਿਸ ਤਰ੍ਹਾਂ ਦੇ ਨਾਲ ਆਪਣੀ ਮੋਰਚਾਬੰਦੀ ਕੀਤੀ ਜਾਵੇ ਕਿ ਫੌਜੀਆਂ ਨੂੰ ਰੋਕਿਆ ਜਾ ਸਕੇ। ਸੋ ਇਸ ਦੇ ਵਾਸਤੇ ਜਨਰਲ ਸ਼ਬੇਕ ਸਿੰਘ ਹੁਣਾਂ ਨੇ ਨਵੀਂ ਮੋਰਚਾਬੰਦੀ ਵੀ ਤਿਆਰ ਕੀਤੀ ਔਰ ਜਿਹੜੇ ਪੁਰਾਣੇ ਮੋਰਚੇ ਸਨ ਉਹਨਾਂ ਦੇ ਵਿੱਚ ਵੀ ਸਿੰਘਾਂ ਨੂੰ ਸਾਰੀ ਰਣਨੀਤੀ ਔਰ ਯੁੱਧ ਨੀਤੀ ਨੂੰ ਸਮਝਾਇਆ।